ਚੱਕ ਦੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਬੀਜੇਪੀ ਸਰਕਾਰ ਬਣੀ ਨੂੰ यूपी ਦੇ ਵਿੱਚ ਲਗਭਗ 1 ਸਾਲ ਦਾ ਸਮਾਂ ਹੋ ਗਿਆ ਹੈ। 1 ਸਾਲ ਤੋਂ 4 ਦਿਨ ਪਹਿਲਾਂ ਰਿਜ਼ਲਟ ਆਇਆ ਬਾਈਪੋਲ ਇਲੈਕਸ਼ਨ ਦਾ, ਕਿਉਂਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਇਸਤੀਫੇ ਦੇਣ ਤੋਂ ਬਾਅਦ ਆਪਦੀਆਂ ਸੀਟਾਂ ਦੇ ਸੀਟ ਖਾਲੀ ਹੋਈ ਸੀ, ਜਿਸ ਦੇ ਵਿੱਚ ਜਿਮਣੀ ਚੋਣਾਂ ਹੋਈਆਂ। ਇਸ ਜਿਮਣੀ ਚੋਣਾਂ ਦੇ ਵਿੱਚ ਦੋਵੇਂ ਹੀ ਸੀਟਾਂ ਤੋਂ ਬੀਜੇਪੀ ਨੂੰ ਹੱਥ ਧੋਣੇ ਪੈ ਗਏ, ਦੋਵੇਂ ਹੀ ਸੀਟਾਂ ਉਹਨਾਂ ਤੋਂ ਖੁੱਸ ਗਈਆਂ ਤੇ ਉਹਨਾਂ ਸੀਟਾਂ ਦਾ ਜਿਹੜੀ ਹਾਰ ਆ, ਉਹਨਾਂ ਸੀਟਾਂ ਤੇ ਹਾਰ ਦਾ ਕਿੰਨਾ ਕੁ ਅਸਰ ਪਵੇਗਾ 2019 ਦੇ ਇਲੈਕਸ਼ਨ ਤੋਂ, ਆਓ ਜਾਣਦੇ ਹਾਂ ਪੰਜਾਬ ਦੇ ਲੋਕਾਂ ਤੋਂ। ਭਾਜੀ ਬਾਈਪੋਲ ਇਲੈਕਸ਼ਨ ਹੋਈ यूपी ਦੇ ਵਿੱਚ। यूपी ਦੇ ਵਿੱਚ ਬੀਜੇਪੀ ਦੋਵੇਂ ਸੀਟਾਂ ਤੇ ਹਾਰ ਗਈ ਹੈ। ਠੀਕ ਹੈ, ਕੀ ਵਿਚਾਰ ਨੇ ਤੁਹਾਡੇ? ਵਿਚਾਰ ਇਦਾਂ ਆ ਜੀ ਭਾਜੀ, ਦੇਖੋ ਜੇ ਸਾਨੂੰ ਕੰਮ ਹੀ ਨਹੀਂ ਮਿਲਣਾ ਤੇ ਸਾਡੀ ਇੰਡੀਆ ਵਿੱਚ ਬੀਜੇਪੀ ਹਾਰ ਗਈ ਆ। ਆਪਣੇ ਪੰਜਾਬ ਦੇ ਵਿੱਚ ਉਹਦੇ ਵਿੱਚ ਇਲੈਕਸ਼ਨ ਲੜਦੇ ਸੀ ਆਪਣੇ ਬਾਦਲ ਵੀ ਲੜਿਆ, ਉਹਦੇ ਵਿੱਚ ਆਪਾਂ ਕੀ ਕਹਿ ਸਕਦੇ ਆ ਅਮਰਿੰਦਰ ਨੂੰ ਬਣਾਤਾ ਇਹਨੇ। ਜੇ ਸਾਡੀ ਆ ਜਾਂਦੀ ਆਮ ਆਦਮੀ ਪਾਰਟੀ ਆ ਜਾਂਦੀ ਆ, ਅਸੀਂ ਵੋਟਾਂ ਉਹਨੂੰ ਪਾਈਆਂ, ਸਾਡੇ ਵਿੱਚੋਂ ਉਹਨੂੰ ਸੀਟਾਂ ਕੁਝ ਮਿਲੀਆਂ। ਚਲੋ ਇਹਦਾ ਕੀ ਪਤਾ ਕੀ ਸਹਿਮਤੀ ਹੋਈ ਆ ਬਾਦਲ ਦੀ ਤੇ ਅਮਰਿੰਦਰ ਦੀ, ਉਹ 'ਚ ਆਪਾਂ ਇਹ ਕਹਿ ਸਕਦੇ ਹਾਂ ਮਤਲਬ ਵੀ ਸਾਨੂੰ ਰੁਜ਼ਗਾਰ ਕਿਉਂ ਨਹੀਂ ਮਿਲ ਰਿਹਾ। ਆਪਾਂ ਮੈਟ੍ਰਿਕ ਪਾਸ ਕੀਤੀ ਸੀਗੀ, ਇਹ ਕਹਿੰਦਾ ਸੀ ਵੀ ਤੁਹਾਨੂੰ ਉਹ ਦੇਵਾਂਗੇ, ਜੇ ਦਊਂਗਾ ਬਹੁਤ ਦਊਂਗਾ, ਸਾਨੂੰ ਉਹ ਵੀ ਨਹੀਂ ਮਿਲਣਾ, ਦਿਨ ਕਿਰਾਏ ਤੇ। ਬੀਜੇਪੀ ਦਾ ਕਿੰਨਾ ਕੁ ਆਧਾਰ ਰਹਿ ਗਿਆ ਵਾ ਹੁਣ, ਤੁਸੀਂ ਦੱਸੋ? ਨਹੀਂ ਸਾਡੇ ਇੱਧਰ ਘੱਟ ਆ, ਜ਼ਿਆਦਾ ਪੰਜੇ ਦਾ ਹੀ ਆ। ਅਸੀਂ ਪੰਜ ਨੇ ਵੋਟਾਂ ਪਾਈਆਂ, 10 ਸਾਲ ਪਾਈਆਂ, ਪਰ ਜਦੋਂ ਬਾਦਲ ਨੂੰ ਪਾਈਆਂ ਵੋਟਾਂ ਉਹਦੇ ਵਿੱਚ ਕਹਿੰਦਾ ਸੀਗਾ ਤੁਹਾਨੂੰ ਆਹ ਦਊਂਗਾ ਆਹ ਦਊਂਗਾ, ਉਹ ਸਾਰਾ ਦੇ ਦਿੱਤੇ ਕੁੜੀਆਂ ਨੂੰ। 2019 ਜਿਹੜੇ ਇਲੈਕਸ਼ਨ ਹੋਣੇ ਨੇ, ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਬੀਜੇਪੀ ਰਹਿ ਜੂਗੀ ਜਾਂ ਫਿਰ ਕਿਹੜੀ ਪਾਰਟੀ ਹੋਰ ਰਹੇਗੀ? ਇਹਨੇ ਇੱਥੇ ਰਹੂਗੀ, ਸਾਡੇ ਵਿੱਚ ਵੈਸੇ ਨਹੀਂ ਬਣਦੀ। यूपी ਬਿਹਾਰ 'ਚ ਤਾਂ ਹੁਣ ਹਰੀ ਹੈ ਨਾ, ਉਹ ਤਾਂ ਮੋਦੀ ਦਾ ਕੰਟਰੋਲ ਸੀਗਾ, ਪਰ ਮੋਦੀ ਨੇ ਜਿਹੜਾ ਕੀਤਾ ਹੈ ਬਿਆਨ ਆ ਨੋਟਬੰਦੀ ਦਾ, ਉਹਦੇ ਵਿੱਚ ਗਰੀਬ ਬੰਦਾ ਮਰ ਗਿਆ, ਉਹ ਤੜਾ ਹੀ ਬਣ ਗਿਆ। ਉਹਨੇ ਆਪਣੇ ਪੈਸੇ ਜਿਹੜੇ ਜਮ੍ਹਾਂ ਕਰਾ ਸੀ ਕਢਾ ਕਢੂਏ ਇੱਕ ਦੂਜੇ ਦੇ ਦੂਏ ਆਪਣੇ ਨਗਰ ਵਾਲੇ, ਤੇ ਜਿਹੜਾ ਗਰੀਬ ਸੀਗਾ ਉਹਦੀ ਦਿਹਾੜੀ ਜਿਹੜੀ ਮਿਲਦੀ ਸੀਗੀ ਉਹਦੇ ਵਿੱਚ ਉਹ ਦਿਹਾੜੀ ਮਿਲਦੀ ਨਹੀਂ ਸੀ ਪੱਕੀ। ਜੇ ਪੈਸੇ ਲੈਣੇ ਸੀ ਕਿਸੇ ਤੋਂ, ਕਹਿੰਦਾ ਭਾਈ ਰਾਸ਼ਨ ਲੈ ਲਓ। ਜੇ ਆਪਾਂ ਉਹ ਤੋਂ 500 ਰੁਪਏ ਲਿਆ, ਉਹ ਕਹਿੰਦਾ ਤੁਹਾਨੂੰ 400 ਰੁਪਏ ਕਿੱਥੇ ਦਈਏ, ਉਹ 'ਚ ਗਰੀਬ ਮਰ ਗਿਆ। ਕਿਉਂਕਿ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਹ ਹਰੇਕ ਦੀ ਸੁਣਦਾ ਹੁੰਦਾ। ਇਸ ਟਾਈਮ ਸਾਡੇ ਕੋਲ ਹੈ ਨਹੀਂ ਕੱਖ ਵੀ, ਅਸੀਂ ਰਹਿ ਰਹੇ ਕਿਰਾਏ 'ਤੇ। ਇਹ ਅਮਰਿੰਦਰ ਨੇ ਐਲਾਨ ਕੀਤਾ ਸੀ ਹੁਣ ਕਿ ਤੁਹਾਨੂੰ ਸਾਰਿਆਂ ਨੂੰ 1 ਸਾਲ ਦੇ ਬਾਅਦ ਤੁਹਾਨੂੰ ਪਲਾਟ ਕੱਟ ਕੇ ਦਊਂਗਾ। ਅਸੀਂ ਆਪਣੇ ਉੱਥੋਂ ਕਿਰਾਏ ਤੋਂ ਰਹਿ ਸ਼ਹਿਰ ਕੰਮ ਕਰਦੇ ਹਾਂ, ਪਰ ਸਾਨੂੰ ਇੱਥੇ ਵੀ ਰੋਟੀ नहीं मिलती। नहीं सर, अच्छा काम किया, मतलब हार आगे फिर से जीत जाएगी सर। हाँ सर। तो क्या जो ये हार है बाईपोल इलेक्शन में गोरखपुर से और फूलपुर से जो बीजेपी हारी है और समाजवादी पार्टी जीती है, इसका 2019 के इलेक्शन पे कोई असर पड़ेगा? नहीं सर, कोई इलेक्शन कोई असर नहीं पड़ेगा, जीत सकते फिर 2019 में, 2019 वाली जीत सकती है। ਭਾਈ ਜਿਸ ਹਿਸਾਬ ਦੀਆਂ ਨੀਤੀਆਂ ਇਸ ਟਾਈਮ ਅਸਰ ਤਾਂ ਘਟਣਾ ਹੀ ਆ ਹਰੇਕ ਤਰ੍ਹਾਂ ਦਾ। ਹੁਣ ਦੇਖ ਲਓ ਕਿ ਜਿੰਨੇ ਟੈਕਸ ਲੱਗਣ ਡਏ ਆ, ਕੰਮ ਦੇ ਵਿੱਚ ਕਿੰਨਾ ਘਾਟਾ ਹੋਇਆ ਉਹਦਾ। GST ਵੀ ਲੱਗਿਆ, ਲੇਕਿਨ ਕਿੰਨਾ ਕੁ ਫਾਇਦਾ ਹੋਇਆ? ਫੈਕਟਰੀਆਂ ਸਾਰੀਆਂ ਬੰਦ ਹੋਣ ਡੀਆਂ। ਇੰਡਸਟਰੀ ਏਰੀਆ ਤੁਸੀਂ ਜਾ ਕੇ ਪਤਾ ਕਰ ਸਕਦੇ ਆ, ਉਹਦੇ ਨਾਲ ਅਸਰ ਤਾਂ ਪੈਣਾ ਹੀ ਆ ਭਾਜੀ। ਪਰ ਜੇ ਜਿਹੜਾ 2019 ਵਾਲਾ ਇਲੈਕਸ਼ਨ ਆਉਣ ਵਾਲਾ ਵਾ, ਉਹ 'ਤੇ ਕਿੰਨਾ ਕੁ ਅਸਰ ਪਵੇਗਾ ਇਹਦਾ? ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਉਹ ਸੈਂਟਰ ਦੀ ਤੇ ਸਟੇਟ ਦਾ ਫਰਕ ਆਪਣਾ ਆਪਣਾ ਹੁੰਦਾ ਹੀ ਆ ਥੋੜਾ ਬਹੁਤਾ। ਨਹੀਂ, MP ਦੇ ਇਲੈਕਸ਼ਨ ਸੀਗੇ ਇਹ ਵੀ, ਜਿਹੜਾ ਗੋਰਖਪੁਰ ਦਾ ਇਲੈਕਸ਼ਨ ਸੀ ਜਾਂ ਫੂਲਪੁਰ ਦਾ ਸੀਗਾ, ਇਹ ਦੋਵੇਂ। ਤੇ ਬਿਹਾਰ ਦੇ ਵਿੱਚ ਵੀ ਜਿਹੜਾ ਬਬੂਆ ਦਾ ਸੀਗਾ ਤੇ ਰਈਆ ਦਾ ਇਲੈਕਸ਼ਨ ਸੀਗਾ, ਦੋਵੇਂ ਜਿਹੜੀਆਂ ਚਾਰੇ ਸੀਟਾਂ ਹਾਰੀ ਬੀਜੇਪੀ। MP ਦੇ ਇਲੈਕਸ਼ਨ ਸੀਗੇ, ਤੇ ਤੁਹਾਨੂੰ ਕੀ ਲੱਗਦਾ ਵਾ ਕਿ 2019 ਦਾ ਕੁਝ ਇਹਦੇ ਉੱਤੇ ਫਰਕ ਪਏਗਾ? ਬਿਲਕੁਲ ਅਸਰ ਪੈਣਾ ਜੀ ਇਹਦਾ, ਪੰਜਾਬ ਦੇ ਵਿੱਚ ਤਾਂ ਖਾਸ ਕਰ ਅਸਰ ਪੈਣਾ ਇਹਦਾ, ਕਿਉਂਕਿ ਪੰਜਾਬ ਦੇ ਵਿੱਚ ਕਾਰੋਬਾਰ ਇਸ ਟਾਈਮ ਦੇਖੋ ਤੁਸੀਂ ਸਾਰਾ ਹੀ ਠੱਪ ਹੋਇਆ ਪਿਆ। ਨਾ ਫੈਕਟਰੀ ਚੱਲ ਰਹੀ ਆ, ਨਾ ਕੋਈ ਹੋਰ ਕੰਮ ਨੇ ਤਰੱਕੀ ਵਾਂਗ ਚੱਲ ਰਿਹਾ ਪਹਿਲਾਂ ਜਿਸ ਤਰ੍ਹਾਂ ਚੱਲਦਾ ਸੀ। ਪ੍ਰੋਪਰਟੀ ਦਾ ਕੰਮ ਵੈਸੇ ਡਾਊਨ ਹੋਇਆ। ਭਾਜੀ ਬੀਜੇਪੀ ਹਾਰ ਗਈ ਹੈ यूपी ਤੇ ਬਿਹਾਰ ਦੀਆਂ ਬਾਈਪੋਲ ਇਲੈਕਸ਼ਨ ਦੇ ਵਿੱਚ, ਕਿੰਨਾ ਕੁ ਅਸਰ ਪਵੇਗਾ ਆਉਣ ਵਾਲੇ ਇਲੈਕਸ਼ਨ? नहीं, कोई असर नहीं पेगा, कोई असर नहीं पेगा। ਪਰ ਇਹ ਹਾਰ ਦਾ ਮੇਨ ਕਾਰਨ ਕੀ? ਇਹ ਉੱਥੇ ਦੀ ਪਾਰਟੀ ਉਹਨਾਂ ਨੂੰ ਪਤਾ ਹੋਏਗਾ। ਹਾਂਜੀ, ਇਹ ਪੰਜਾਬ 'ਚ ਨਹੀਂ ਪਤਾ ਕਿਸੇ ਨੂੰ, ਪੰਜਾਬ ਨੂੰ ਕਿਸੇ ਨੂੰ ਨਹੀਂ ਪਤਾ ਉਹਨਾਂ ਦੇ ਬਾਰੇ ਕੀ ਹਿਸਾਬ ਹੈ। ਉੱਥੇ ਸਮਾਜਵਾਦੀ ਪਾਰਟੀ ਜਿੱਤੀ ਹੈ BFC ਦੇ ਨਾਲ, ਦੋਨਾਂ ਰਲ ਕੇ ਰਲੀ ਹੈ, ਸਾਂਝੀ ਉਮੀਦਵਾਰ ਬਣੇ, ਮਤਲਬ
ਤੇ ਪਰ ਤੁਹਾਨੂੰ ਨਹੀਂ ਲੱਗਦਾ ਕਿ GST ਤੇ ਨੋਟਬੰਦੀ ਦਾ ਵੀ ਕੁਝ ਅਸਰ ਹੋ ਸਕਦਾ ਹੈ? ਨਹੀਂ ਉਹਨਾਂ ਦੇ ਹੋ ਸਕਦਾ, ਉਹਨਾਂ ਨੇ ਸੋਚਿਆ ਨਾ, ਪੜ੍ਹੇ ਲਿਖੇ ਲੋਕ ਘੱਟ ਉੱਧਰ ਤੁਹਾਨੂੰ ਪਤਾ ਹੀ ਹੈ। ਇੱਥੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੇ ਮੋਦੀ ਸਾਹਿਬ ਨੂੰ ਪਸੰਦ ਕੀਤਾ, ਜ਼ਿਆਦਾ ਪਸੰਦ ਕੀਤਾ ਹੈ। ਹੁਣ ਸਾਡੇ ਪੰਜਾਬ ਵਿੱਚ ਕਾਂਗਰਸ ਪਸੰਦ ਕੀਤਾ ਲੋਕਾਂ ਨੇ, ਤੇ ਲੇਕਿਨ ਫਿਰ ਵੀ ਜੋ ਸੈਂਟਰ ਵਿੱਚ ਜਿੰਨੇ ਵੀ ਹੈ ਸਾਰੇ ਕੁਆਲੀਫਿਕੇਸ਼ਨ ਬੰਦੇ ਆ, ਸਾਰੇ ਉਹਨਾਂ ਨੇ ਮੋਦੀ ਸਾਹਿਬ ਨੂੰ ਪਸੰਦ ਕੀਤਾ। ਪਰ ਬਿਹਾਰ ਦੇ ਵਿੱਚ ਜਿਹੜੀ BJP ਹਾਰੀ ਆ, ਕੀ ਨਿਤੀਸ਼ ਦਾ ਜਿਹੜਾ ਪ੍ਰਭਾਵ ਸੀ ਉਹ ਕੁਝ ਘਟ ਗਿਆ ਹੈ? ਨਹੀਂ ਉਹਨਾਂ ਠੀਕ ਹੈ, ਹਾਂ ਠੀਕ ਹੈ ਉਹਨਾਂ ਦਾ। ਫਿਰ ਉੱਥੇ ਕਿਉਂ ਹਾਰੇ ਨੇ? ਇਹ ਨਹੀਂ ਆਪਾਂ ਨੇ ਕੋਈ ਜਾਣ ਨਹੀਂ ਕਰੀ ਉਹਦੇ ਬਾਰੇ। ਹਾਂਜੀ, ਕੋਈ ਕੰਮ ਤੋਂ ਵਜ੍ਹਾ ਰਹਿ ਗਈ ਹੋਣੀ, ਕੋਈ ਥੋੜੀ ਬਹੁਤੀ BJP ਦੇ ਕੋਈ ਕਮੀ ਰਹਿ ਗਈ ਹੋਣੀ, ਕੋਈ ਜਿਹੜੇ ਨਹੀਂ ਕੀਤੇ ਉਹਨੇ ਵਾਅਦੇ ਪੂਰੇ, ਉਹਦੇ ਕਰਕੇ ਹੋ ਸਕਦਾ ਹੈ। BJP ਦੋਵੇਂ ਸੀਟਾਂ ਹਾਰ ਗਈ ਆਪਦੀਆਂ UP ਦੇ ਵਿੱਚ, 2 ਸੀਟਾਂ ਹਾਰ ਗਈ ਆ ਬਿਹਾਰ ਦੇ ਵਿੱਚ, 1 ਸੀਟ ਤੇ ਉਹਨੂੰ ਜਿੱਤ ਜ਼ਰੂਰ ਮਿਲੀ ਆ। ਕਿੰਨਾ ਕੁ ਅਸਰ ਪਵੇਗਾ ਆਉਣ ਵਾਲੀ ਇਲੈਕਸ਼ਨ ਤੇ ਉਹਦਾ? ਪਤਾ ਗੱਲ ਯੂਪੀ ਬਿਹਾਰ ਬਾਰੇ ਤੁਹਾਨੂੰ ਤੇ ਜਿੱਦਾਂ ਬਾਬਾ ਜੀ ਨੇ ਕਿਹਾ ਵੀ ਸਾਨੂੰ ਉਸ ਬਾਰੇ ਤਾਂ ਪਤਾ ਨਹੀਂ, ਕਿ ਸਾਨੂੰ ਤਾਂ ਆਪਣੇ ਪੰਜਾਬ ਬਾਰੇ ਪਤਾ। ਪੰਜਾਬ ਵਿੱਚ ਜੇ ਤਾਂ ਸਾਡੀ ਕਾਂਗਰਸ ਕੰਮ ਕਰੂਗੀ ਤੇ ਬਣੂਗੀ, ਨਹੀਂ ਤੇ ਫਿਰ BJP ਦੇ ਇੱਥੇ ਆ ਤੇ ਆਊਗੀ। ਸਾਨੂੰ ਉਹਨਾਂ ਦਾ ਥੋੜਾ ਪਤਾ ਕਿ ਨਹੀਂ। ਪੰਜਾਬ ਦੀਆਂ ਵੀ ਜਿਹੜੀਆਂ ਆਉਣ ਵਾਲੀਆਂ 2019 ਦੇ ਇਲੈਕਸ਼ਨ ਨੇ, ਉਹ ਤੇ ਕਿੰਨਾ ਕੁ ਅਸਰ ਪਵੇਗਾ? ਉਹਦਾ ਅਸਰ ਜੇ ਤੇ BJP ਕੰਮ ਕਰੂਗੀ ਤੇ ਫਿਰ ਤਾਂ ਜਿੱਤੂਗੀ, ਤੇ ਜੇ ਕਾਂਗਰਸ ਕੰਮ ਕਰੂ ਕਾਂਗਰਸ ਜਿੱਤੂ। ਜਿਹੜਾ ਕੰਮ ਸਹੀ ਕਰੂਗਾ ਉਹਨੇ ਜਿੱਤਣਾ, ਤੁਹਾਨੂੰ ਵੀ ਪਤਾ ਹੀ ਹੈ, ਹੋਰ ਸਾਨੂੰ ਕੋਈ ਪਤਾ ਨਹੀਂ ਦੇ ਬਾਰੇ। ਪਰ ਜਿਹੜੇ GST ਤੇ ਨੋਟਬੰਦੀ ਕੀਤੀ ਸੀਗੀ BJP ਨੇ, ਕੀ ਉਹਦਾ ਕੋਈ ਅਸਰ ਸੀਗਾ ਤਾਂ ਕਰਕੇ ਉੱਥੇ ਹਾਰੇ ਨੇ? ਨਹੀਂ ਉੱਥੇ ਦਾ ਤਾਂ ਕੋਈ ਨਹੀਂ, ਉਹ ਤਾਂ ਉਹਨਾਂ ਦਾ ਇਲਾਕਾ ਆਪਣਾ ਹੀ ਹੈ ਜੀ, ਉੱਥੇ ਤਾਂ ਕੋਈ ਨਹੀਂ। ਕਿਉਂ ਤਾਂ ਉਹਨਾਂ ਨੇ ਪਹਿਲਾਂ ਆਪਣੇ ਜਿੱਤੇ, ਕਿਉਂ ਬਈ ਉਹਨਾਂ ਦੇ ਅਸਰ ਕਾਹਦਾ ਹੋਣਾ? ਸਾਡੇ ਪੰਜਾਬ 'ਚ ਅਗਲਾ ਦੂਜਾ ਵਿਰੋਧੀ ਧਿਰ ਕਹਿ ਦਿੰਦੇ ਵੀ ਇਦਾਂ ਭਾਈ ਇਹ ਇਹਨਾਂ ਕੀਤਾ ਜੀ, ਕਾਂਗਰਸ ਤਾਂ ਅੱਗੇ ਆਈ ਨਾ, ਕਾਂਗਰਸ ਨੇ ਕੁਝ ਕੀਤਾ ਨਾ ਉਹਨਾਂ ਨੇ ਕੀਤਾ। ਇੱਥੇ ਤਾਂ ਸਾਡੇ ਪੰਜਾਬ ਨੂੰ ਤਾਂ ਕਿਸੇ ਨੇ ਵੀ ਕੁਝ ਨਹੀਂ ਕੀਤਾ ਜੀ। ਭਾਈ ਤੁਸੀਂ ਕੀ ਸਮਝਦੇ ਹੋ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੀ BJP ਦੀ ਹਾਰ ਹੋਈ ਆ, ਕਿੰਨਾ ਕੁ ਅਸਰ ਪਵੇਗਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ? ਨੇ ਅਸਰ ਤਾਂ ਇਹੀ ਪੈਣਾ ਕਿ ਕਾਂਗਰਸ ਜਿਹੜੀ ਵੀ ਹੈਗੀ ਆ, ਹੁਣ ਕਾਂਗਰਸ ਆ ਪੰਜਾਬ ਦੇ ਵਿੱਚ, ਕਾਂਗਰਸ ਦੇ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਹੋ ਰਹੇ, ਮੁੱਕਰ ਗਏ। ਉਹਨਾਂ ਦੇ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਵੀ ਕਸਮਾਂ ਖਾ ਗਏ। ਜ਼ਿਮੀਂਦਾਰ ਉੱਦਾਂ ਮਾਰ ਰਿਹਾ, ਸਰਮਾਏਦਾਰ ਉੱਦਾਂ ਮਾਰ ਰਿਹਾ, ਫੈਕਟਰੀਦਾਰ ਉੱਦਾਂ ਮਾਰ ਰਿਹਾ। ਸਾਡੇ ਕੰਮ ਇੱਥੇ ਟਾਂਡਾ ਰੋਡ 'ਤੇ ਅਸੀਂ ਗੱਡੀਆਂ ਚਲਾਉਂਦੇ ਆ, ਜਾਂ ਉਹ ਕੰਮ ਜਿਹੜਾ ਸਾਡਾ ਰੋਜ਼ ਦਾ ਕੰਮ ਕਰਨ ਵਾਲਾ ਉਹ ਵੀ ਕੰਮ ਠੱਪ ਹੋਇਆ। ਕੁਛ ਤਾਂ ਉਹ ਨੋਟਾਂ ਦੇ ਨਾਲ ਹੋ ਗਿਆ। ਇਹਦਾ ਫਾਇਦਾ ਲੈ ਗਏ ਵੱਡੇ ਫੈਕਟਰੀਆਂ ਵਾਲੇ, ਜਿਹੜੇ ਦੂਸਰੇ ਵੱਡੇ ਲੋਕ ਆ। ਗਰੀਬ ਤਾਂ ਮਰਦਾ ਹੀ ਮਰਦਾ, ਸਾਰੇ ਬੰਨੇ ਮਰਿਆ ਹੀ ਆ ਗਰੀਬ। ਗਾਂ ਦਾ ਕੰਮ ਹੀ ਹੈ ਨਹੀਂ, ਬਿਲਕੁਲ ਹੀ ਕੰਮ ਹੈ ਨਹੀਂ। ਸਵੇਰ ਨੂੰ ਆ ਜੀ ਤਾਂ ਸ਼ਾਮ ਨੂੰ ਰੋਟੀ ਖਾ ਕੇ ਚਲੇ ਜੀ, ਇਹਦਾ ਕੰਮ ਬਿਲਕੁਲ ਡਾਊਨ ਹੋਇਆ। ਇਹਦਾ ਅਸਰ ਜੀ ਇਦਾਂ ਆ ਕਿ ਕਾਂਗਰਸ ਨੇ ਜੇ ਤਾਂ ਕੰਮ ਕੀਤੇ ਕੋਈ ਜੋ ਜਿੱਦਾਂ ਕਿ ਅਕਾਲੀਆਂ ਨੇ ਕੀਤੇ ਸੀ ਪਹਿਲੋਂ ਕੰਮ, ਬਾਦਲ ਸਾਹਿਬ ਨੇ, ਤਾਂ ਹੁਣ ਗਾਂ ਦਾ ਜਿਹੜਾ ਸਮਾਂ ਆਉਣ ਵਾਲਾ ਆ, ਇਹ ਤਾਂ ਕੰਮ ਕਰੂਗੀ ਕਾਂਗਰਸ ਦਾ, ਬਚੂਗੀ ਨਹੀਂ ਤਾਂ ਕਾਂਗਰਸ ਜਾਊਗੀ, BJP ਆਊਗੀ। ਓਕੇ, ਤੇ ਜਿਹੜਾ ਨੋਟਬੰਦੀ ਜਾਂ ਫਿਰ GST ਸੀਗਾ, ਕੀ ਇਹਦਾ ਵੀ ਕੋਈ ਅਸਰ ਪਿਆ ਉੱਥੇ ਤਾਂ ਕਰਕੇ ਹਾਰੇ ਨੇ? ਨਹੀਂ ਉੱਥੇ ਦਾ ਨਹੀਂ, ਸਾਨੂੰ ਤਾਂ ਪੰਜਾਬ ਬਾਰੇ ਪਤਾ ਕੋਈ। ਉੱਥੇ ਤਾਂ ਸਰਮਾਏਦਾਰ ਪਾਰਟੀਆਂ ਨੂੰ ਤਾਂ ਫਾਇਦਾ ਹੋਇਆ ਹੀ ਹੋਇਆ ਇਹਦਾ। ਉਹ ਜਿਹੜਾ ਉੱਥੇ ਹੈਗਾ ਜਿਹੜਾ ਜੋਗੀ ਆ, ਉਹਦੀ ਬਦਮਾਸ਼ੀ ਪਾਰਟੀ ਆ, ਉਹ ਪਹਿਲੋਂ ਬਦਮਾਸ਼ੀ ਕਰ ਗਿਆ ਉੱਥੇ ਆਪਣਾ ਕਬਜ਼ਾ। ਹੁਣ ਉੱਥੇ ਲੋਕ ਉੱਥੇ ਸੁਧਰ ਚੁੱਕੇ ਆ। ਉੱਥੇ ਵੀ ਪਹਿਲੋਂ ਵੀ ਸਮਾਜਵਾਦੀ, ਉੱਥੇ ਸਮਾਜਵਾਦੀ ਦਾ ਜ਼ੋਰ ਸੀਗਾ ਪਹਿਲੋਂ ਵੀ, ਤਾਂ ਉਹਨਾਂ ਨੇ ਆਪਣਾ ਦਬਦਬਾ ਹੁਣ ਪਾ ਕੇ ਤਾਂ ਆਪਣੀ ਪਾਰਟੀ ਲੈ ਗਏ ਅਗਲੇ। ਉੱਥੇ ਤਾਂ ਡੈਥ ਹੋਈ ਸੀਗੇ ਇਹਦੀ, ਇੱਕ ਸੀਟ ਸੀ ਸਾਰੀ, ਇੱਕ ਸੀਟ ਦੇ ਉੱਤੇ ਉਹਨਾਂ ਨੇ ਆਪਣਾ ਕਬਜ਼ਾ ਕਰ ਗਏ। ਜਿੱਦਾਂ ਹੁਣ ਇੱਥੇ ਆਪਣੇ ਨਕੋਦਰ ਵਾਲੀ ਸੀਟ ਹੈ, ਜਿੱਦਾਂ ਮੁੰਡਾ ਮਰ ਗਏ ਆ ਜਥੇਦਾਰ ਹੋਣੀ, ਉੱਤੇ ਹੁਣ ਕਾਂਗਰਸ ਜੋਰ ਲਾਉਣ ਡਈ ਹੈ। ਉੱਥੇ ਸਭ ਕੁਝ ਹੋਣ ਡਿਆ। ਉਹ ਕੱਲ੍ਹ ਜੋ ਨਕੋਦਰ ਹੋਇਆ, ਉੱਥੇ ਜਿਹੜਾ ਕਰਜ਼ਾ ਕੁਰਜ਼ਾ ਕਰਦੇ ਸੀ, ਸਰਟੀਫਿਕੇਟ ਵੰਡੇ ਆ, ਉਹ ਤਾਂ ਐਵੇਂ ਡਰਾਮਾ ਹੀ ਹੈ। ਉੱਥੇ ਸਿਰਫ ਸੀਟ ਲੈਣੀ ਇਹਨਾਂ ਨੇ ਹੁਣ ਜਾ ਕੇ, ਉੱਥੇ ਪੈਸੇ ਹੀ ਵੰਡਣਗੇ, ਸਭ ਕੁਝ ਕਰਨਗੇ। ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ 2019 ਦੇ ਵਿੱਚ ਇਲੈਕਸ਼ਨ ਆ ਰਹੇ ਜੀ, ਉਹਦੇ ਵਿੱਚ ਆਪ ਹੀ ਪਤਾ ਲੱਗ ਜਾਣਾ ਆ ਕਿ ਪਹਿਲਾਂ 3 ਸੀਟਾਂ ਰਾਜਸਥਾਨ 'ਚ ਹਾਰ ਗਈ ਆ BJP, ਤੇ 3 ਸੀਟਾਂ ਇੱਥੇ ਹਾਰ ਗਈ ਆ। ਤੇ BJP ਤਾਂ ਇੱਕ ਹੁਣ ਆਪਣੀ ਜਾ ਰਹੀ ਆ ਹਿੰਦੂ ਤੱਤਵ ਨੂੰ ਲੈ ਕੇ ਚੱਲੀ ਪਈ ਆ, ਕਿ ਸਾਰੇ ਸਮਾਜ ਨੂੰ ਲੈ ਕੇ ਨਹੀਂ ਚੱਲਦੀ ਪਈ। ਉਹ ਮੁਸਲਮਾਨ ਵੋਟ ਨੂੰ ਨਾਲ ਨਹੀਂ ਲੈ ਕੇ ਚੱਲਦੀ ਪਈ ਆ, SC ਵੋਟ ਨੂੰ ਨਾਲ ਨਹੀਂ ਲੈ ਕੇ ਚੱਲਦੀ ਪਈ ਆ। ਉਹ ਤਾਂ RSS ਦੇ ਨਾਲ ਕੰਮ ਕਰ ਰਹੀ ਆ ਰਲ ਕੇ, ਤੇ ਉਹਦੇ ਕਾਰਨ ਹੀ ਇਹ ਉੱਥੋਂ 3 ਸੀਟਾਂ ਹਾਰੀ ਆ। ਆਉਣ ਵਾਲੇ ਟਾਈਮ ਦੇ 2019 ਦੇ ਵਿੱਚ ਵੀ ਪੰਜਾਬ 'ਚ ਵੀ ਤੁਹਾਨੂੰ ਪਤਾ ਲੱਗ ਹੀ ਜਾਣਾ ਰਿਜ਼ਲਟ 'ਚ ਕੀ ਆ ਜੀ। ਤੇ ਅਸੀਂ ਬਹੁਤ ਵਧੀਆ ਗੱਲ ਆ ਕਿ ਲੋਕਾਂ ਨੇ ਥੋੜੇ ਟਾਈਮ ਦੇ ਵਿੱਚ ਹੀ ਮੋਦੀ ਨੂੰ ਪੂਰਾ ਜਵਾਬ ਦਿੱਤਾ ਆ। ਪਰ ਜਿਹੜੇ ਇਹ ਇਲੈਕਸ਼ਨ ਹੋਏ ਨੇ, ਕੀ ਤੁਹਾਨੂੰ ਲੱਗਦਾ GST ਜਾਂ ਨੋਟਬੰਦੀ ਜਿਹੜੇ ਰਹੇ ਨੇ, ਉਹਨਾਂ ਦਾ ਵੀ ਕੋਈ ਫਰਕ ਪਿਆ ਇਹਦੇ? ਹਾਂਜੀ, 85% ਤਾਂ ਇਸੇ ਚੀਜ਼ ਦਾ ਹੀ ਫਰਕ ਹੈ। ਕਿਸਾਨ ਦੇਖੋ, ਕਿਸਾਨ ਕਿੱਦਾਂ ਰੌਲਾ ਪਾ ਰਹੇ ਆ। ਇਹ
ਇਹ ਇਸੇ ਕਰਕੇ ਹੀ ਆ, ਬੀਜੇਪੀ ਦੇ ਕਰਕੇ ਹੀ ਆ। ਜਦੋਂ ਦੀ ਬੀਜੇਪੀ ਆਈ ਦੀ ਆ ਉਹਦੇ ਕਾਰਨ ਹੀ ਆ, ਕਿਸਾਨਾਂ ਦਾ ਰੋਲਾ ਵੀ ਪਿਆ ਦਾ ਆ। ਸਾਡੇ ਜਿੰਨਾ ਵੀ GST ਲੱਗਾ, GST ਦਾ ਫੰਡ ਨਹੀਂ ਆ ਰਿਹਾ ਵਾਪਸ। ਸਾਡੇ ਪੰਜਾਬ ਦੇ ਜਲੰਧਰ ਸ਼ਹਿਰ ਦਾ ਹੀ ਰਵੜ ਦਾ ਹੀ 16 ਕਰੋੜ ਰੁਪਈਆ ਖੜਾ ਹੈ ਫੰਡ। ਤੇ ਹੋਰ ਕਿੰਨੇ ਵਪਾਰੀ ਆ, ਹੋਰ ਕਿੰਨੇ ਤਰ੍ਹਾਂ ਦੀਆਂ ਆਈਟਮਾਂ ਆ ਜਿਨ੍ਹਾਂ ਦੇ ਉੱਤੇ ਫੰਡ ਹੀ ਨਹੀਂ ਆ ਰਿਹਾ। ਹਰ ਡਿਪਾਰਟਮੈਂਟ ਦੀਆਂ ਸੈਲਰੀਆਂ ਨਹੀਂ ਮਿਲਦੀਆਂ ਪਈਆਂ, ਟੀਚਰਾਂ ਦੀਆਂ ਸੈਲਰੀਆਂ ਮਿਲਦੀਆਂ ਪਈਆਂ, ਕਿਸੇ ਵੀ ਮਹਿਕਮੇ ਦੇ ਵਿੱਚ ਕੋਈ ਵੀ। ਉੱਪਰ ਤਾਂ ਸੈਂਟਰ ਉਹੀ ਬੈਠਾ ਹੈ, GST ਦਾ ਸਾਰਾ ਪੈਸਾ ਤਾਂ ਸੈਂਟਰ ਨੂੰ ਜਾ ਰਿਹਾ, ਸੈਂਟਰ ਨੂੰ ਜਾ ਰਿਹਾ ਨਾ ਜੀ। ਸੈਂਟਰ ਭੇਜਦਾ ਨਹੀਂ ਪਿਆ ਪੈਸਾ। ਤੇ ਇਹਦੇ ਵਿੱਚ ਜਿਹੜਾ ਨੁਕਸਾਨ ਤਾਂ ਮੋਦੀ ਸਾਹਿਬ ਨੂੰ ਹੋਣਾ ਹੀ ਹੋਣਾ ਜੀ ਆਉਣ ਵਾਲੇ ਟਾਈਮ ਤੇ। ਉਸ ਤਰ੍ਹਾਂ ਜਿਹੜੇ ਇੱਕ ਵਰਚਸ ਬਣ ਗਿਆ ਸੀ ਬੀਜੇਪੀ ਦਾ, ਉਹਦਾ ਜਿਹੜਾ ਬਿਹਾਰ ਦੇ ਵਿੱਚ ਅਗਰ ਜਿਸ ਤਰ੍ਹਾਂ ਨਿਤੀਸ਼ ਕੁਮਾਰ ਜਿਹੜੇ ਨੇ ਉਹਨਾਂ ਨੇ ਗੱਠਜੋੜ ਤੋੜ ਕੇ ਤੇ ਬੀਜੇਪੀ ਜੁਆਇਨ ਕਰ ਲਈ, ਤੇ ਨਿਤੀਸ਼ ਦਾ ਕਿੰਨਾ ਕੁ ਅਕਸ਼ ਤੇ ਅਸਰ ਪਿਆ ਹੈ? ਦੇਖੋ ਜੀ, ਜਦੋਂ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਇੱਕ ਕਿਸਮ ਦੀ ਬਹੁਤ ਤਗੜੀ ਛਾਪ ਛੱਡ ਰਹੇ ਪਏ ਸੀ ਹਰ ਇੱਕ ਇਨਸਾਨ ਦੇ ਉੱਤੇ। ਕਿ ਅਸੀਂ ਵੀ ਬਹੁਤ ਸਮਝਦੇ ਸੀ ਬਹੁਤ ਚੰਗਾ ਆ, ਮੋਦੀ ਸਾਹਿਬ ਬਹੁਤ ਚੰਗੇ ਆ। ਤੇ ਬਾਅਦ 'ਚ ਜੋ ਕੰਡੀਸ਼ਨ ਆਸੇ ਆਸੇ ਪਤਾ ਲੱਗੀ, 4 ਸਾਲ ਤਾਂ ਮੋਦੀ ਸਾਹਿਬ ਤਾਂ ਲੱਭੇ ਹੀ ਨਹੀਂ ਇੱਥੇ। ਉਹ ਤਾਂ ਬਾਹਰਲੇ ਦੇਸ਼ਾਂ 'ਚ ਘੁੰਮੀ ਜਾਂਦੇ ਪਏ, ਇੱਥੇ ਤਾਂ ਦੇਖੇ ਨਹੀਂ ਆ ਉਹਨਾਂ ਨੇ। ਆਮ ਬੰਦੇ ਨੂੰ ਤਾਂ ਦੇਖਿਆ ਹੀ ਨਹੀਂ, ਉਹ ਗਰੀਬ ਬੰਦੇ ਨੂੰ ਦੇਖਿਆ ਹੀ ਨਹੀਂ। ਉਹ ਪਹਿਲਾਂ ਜਨਧਨ ਖਾਤੇ ਖੋਲ੍ਹ ਦਿੱਤੇ ਆ, ਕੀ ਕੀਤਾ ਖਾਤਿਆਂ ਦੇ ਵਿੱਚ? ਉਹ ਬੈਂਕਾਂ ਕਾਲੀਆਂ ਕਰਾਤੀਆਂ ਉਹਨਾਂ ਦੀਆਂ। ਹੁਣ ਉਹ ਜਿਹੜੇ ਬੈਂਕਾਂ 'ਚ ਲੋਕਾਂ ਨੇ ਪੈਸੇ ਦਿੱਤੇ ਆ ਉਹ ਵੀ ਨਹੀਂ ਬਾਹਰ ਨਿਕਲਦੇ, ਸਾਲ 'ਚ 10,000 ਹੀ ਨਿਕਲਣਾ ਜੀ। ਤੇ ਉਹਦੇ ਕਰਕੇ ਕਾਫੀ ਲੋਕੀ ਪਰੇਸ਼ਾਨ ਹੋ ਗਏ ਬੀਜੇਪੀ ਤੋਂ। ਬਸ ਮੈਂ ਇਹਨਾਂ ਕਹਿਣਾ ਚਾਹੁੰਦਾ ਜੀ। 2019 ਦਾ ਰਿਜ਼ਲਟ ਹੋਵੇਗਾ, ਤੁਹਾਨੂੰ ਕੀ ਲੱਗਦਾ ਕਿਹਦੇ ਫੇਵਰ ਦੇ ਵਿੱਚ ਜਾਣ? ਦੇਖੋ ਜੀ, ਇਹਦਾ ਜਿੱਥੇ ਜਿੱਥੇ ਆਉਣ ਵਾਲੇ ਟਾਈਮ ਤੇ ਜਿਹੜੀ ਸਟੇਟ ਲੈਵਲ ਤੇ ਮਿਲੀ ਜੁਲੀ ਪਾਰਟੀਆਂ ਬਣਨੀਆਂ ਆ, ਜਿੱਦਾਂ ਹੁਣ ਉੱਥੇ ਯੂਪੀ 'ਚ ਸਮਾਜਵਾਦੀ ਪਾਰਟੀ ਤੇ BSP ਰਲ ਕੇ ਬਣਾਈ ਆ, ਤੇ ਉਸੇ ਤਰ੍ਹਾਂ ਹੀ ਇਹਨਾਂ ਨੂੰ ਜਵਾਬ ਮਿਲਣਾ ਆ। ਭਾਈ ਤੁਸੀਂ ਕੀ ਸੋਚਦੇ ਹੋ ਜਿਹੜਾ ਯੂਪੀ ਦੇ ਵਿੱਚ ਬੀਜੇਪੀ ਦੀ ਡਿਫੀਟ ਰਹੀ ਆ ਉਹਦੇ ਬਾਰੇ? ਬਈ ਇਹੀ ਦੱਸਦੇ ਪਏ ਆ ਵੀ ਜਿਹੜਾ ਅਸਰ ਪਿਆ ਨਾ, ਇਹਨਾਂ ਨੇ ਕੋਈ ਕੰਮ ਚੰਗਾ ਨਹੀਂ ਕੀਤਾ ਹੈਗਾ। ਜਿੰਨਾ ਵੀ ਕੰਮ ਕੀਤਾ, ਨੋਟਬੰਦੀ ਵਾਲਾ ਬਹੁਤ ਗਲਤ ਕੀਤਾ। ਉਹਦੇ ਵਿੱਚ ਕਿੰਨੀ ਦੁਨੀਆ ਪਰੇਸ਼ਾਨੀ 'ਚ ਰਹੀ ਆ। ਮੁੜ ਕੇ GST ਲਾਤੀ, ਕਾਰੋਬਾਰ ਲੋਕਾਂ ਦਾ ਖਤਮ ਹੋ ਗਿਆ ਬਿਲਕੁਲ। ਬੀਜੇਪੀ ਦਾ ਕਿੰਨਾ ਕੁ ਆਧਾਰ ਦੇਖਦੇ ਹੋ ਆਉਣ ਵਾਲੇ ਇਲੈਕਸ਼ਨ? ਬੀਜੇਪੀ ਨੂੰ ਵੋਟ ਨਹੀਂ ਮਿਲੇਗੀ। ਤੁਹਾਨੂੰ ਕਹਿਤਾ ਇਹਨੇ, ਰਾਜਸਥਾਨ 'ਚ ਵੀ ਇੱਕ ਹਵਾ ਸੀਗੀ ਇਹਨਾਂ ਦੀ, ਦੇਖਣਾ ਸੀਗਾ ਉਹਨਾਂ 10 ਸਾਲ ਦੇਖ ਲਿਆ ਕੀ ਉਹ ਕਰ ਰਿਹਾ ਹੈ, 5 ਸਾਲ ਦੇ ਵਿੱਚ ਕੀ ਹੋ ਰਿਹਾ। ਸਭ ਨੂੰ ਅੱਖਾਂ ਪਤਾ ਲੱਗ ਗਿਆ ਕੀ ਨਹੀਂ ਹੋਣਾ ਕੀ ਨਹੀਂ ਹੋਣਾ। ਤੇ ਨਿਤੀਸ਼ ਕੁਮਾਰ ਦਾ ਕਿੰਨਾ ਕੁ ਆਧਾਰ ਦੇਖਦੇ ਜੋ ਹੁਣ ਬਿਹਾਰ ਦੇ ਵਿੱਚ? ਬਿਹਾਰ ਦਾ ਜਿਹੜਾ ਸੀਗਾ ਕੰਮ ਠੀਕ ਸੀ, ਜਿਹੜਾ ਹੁਣ ਉਹਨਾਂ ਨੇ ਦੇਖਿਆ ਜਦੋਂ ਨਹੀਂ ਕੰਮ ਬੀਜੇਪੀ ਅੱਗੇ ਮੋਦੀ ਸਾਹਿਬ ਹੀ ਨਹੀਂ ਕੁਛ ਕਰ ਰਿਹਾ, ਤੇ ਉਹ ਕੀ ਕਰ ਲੂਗੇ? ਥੱਲੇ ਵਾਲੇ ਕੀ ਕਰ ਲੂਗੇ? ਉਹ ਤਾਂ ਉੱਪਰੋਂ ਜੋ ਮੋਦੀ ਸਾਹਿਬ ਨੇ ਜੋ ਕਰਨਾ ਤੇ ਖਤਮ ਹੋ ਚੁੱਕਾ ਕੰਮ ਇਹਨਾਂ ਦਾ। ਵਿਚਾਰੇ ਗੱਠ ਜੋੜਾਂ ਨਾਲ ਰਲੇ ਆ, ਉਸ ਵਿੱਚ ਭੂਆ ਭਤੀਜੀ ਰਲੇ ਆ, ਤੇ ਉਹਦੇ ਕਾਰਨ ਹਾਰ ਦੋ ਬੰਦੇ ਬਰਾਬਰ ਹੋਣ, ਇੱਕ ਬੰਨੇ ਢਹਿਣਾ ਹੀ ਆ। ਇਹ ਆਪਣੇ ਹੰਕਾਰ 'ਚ ਹਾਰ ਗਏ। ਇਹਨੂੰ ਮਾਣ ਸੀਗਾ, ਕੌਨਫੀਡੈਂਸ ਜ਼ਿਆਦਾ ਸੀ ਇਹਨਾਂ ਨੂੰ, ਉਹਦਾ ਕੰਪੇਨ ਨਹੀਂ ਕਰ ਸਕੇ। ਯਾਨੀ ਕਿ ਓਵਰ ਕੌਨਫੀਡੈਂਸ ਹਾਰਿਆ ਵਾ ਉਹਨਾਂ ਦਾ। ਓਵਰ ਕੌਨਫੀਡੈਂਸ ਹਾਰ ਗਿਆ ਜਿਹਦਾ। ਯੋਗੀ ਤਾਂ ਹੀ ਹਰਿਆ ਵਾ, ਸਾਰਿਆਂ ਨੂੰ ਭਗਵਾਨ ਕਰਨ ਡਿਆ। ਉਹ ਕਹਿੰਦਾ ਨਾ ਕਾਲਾ ਤੇ ਨਾ ਪੀਲਾ, ਵੀ ਭਗਵਾਨ ਰੱਖੋ। ਉਹ ਆਪਣੇ ਕੌਨਫੀਡੈਂਸ ਨਾਲ ਹਾਰ ਗਿਆ। ਉਹ ਆਪਦੀ ਹੀ ਕਾਂਸਟੀਚੁਐਂਸੀ ਦੇ ਵਿੱਚ ਯੋਗੀ ਆਦਿੱਤਿਆਨਾਥ ਹਾਰ ਗਏ, ਹੈਨਾ? ਤੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਇਹਦੇ ਨਾਲ ਉਹਨਾਂ ਦੇ ਅਕਸ਼ ਤੇ ਅਸਰ ਪਿਆ ਹੈ? ਕਾਫੀ ਹੈ। तुम्हें ज़्यादा नहीं पता तो तो फर्क पै ही गया। इन्नी तगड़ी हार मिलनी मोदी नूं या कुछ भी ला लो, अमित शाह ला लो, ये तिन्ने कट्ठे ही है, जोड़ी तिकड़ी कट्ठी है। ये हारे इसे करके हारे, भी लोगों को पल्ले नहीं बने, माड़े बंदे पल्ले नहीं बने। उपरों GST ला के बेड़ा कर करता रोजगार का। कितना का असर पिया GST ते नोटबंदी का? 80% 80% कम है। 80% ਜਿਹੜਾ ਨਾ GST ने अपना काम करता होया। 20% लोग काम कर रहे ਜਿਹੜੇ ਸਰਮਾਏਦਾਰ ਆ। और साढ़े वर्गे जो ड्राइवर तो वेले बैठे हुए। ड्राइवर तो ही करेंगे साड़ियाँ गड्डियाँ चलनगियां ना, सानूं तो बेनीफिट तां ही है। कोई ड्राइवरां नूं रिस्पॉन्स देना भी तुहाडा की है। इन्नियां गड्डियां ने टैक्स लगा, हर पासे GST। ये अपने तेल ते क्यों नहीं लाया GST अज तक ने? कि जितों जे ट्रांसपोर्ट सस्ती होएगी तो महंगाई घटेगी। जे ट्रांसपोर्ट ना सस्ती होने का कारण है अज भी अग लगी हुई है हर पासे। लावे GST उत्ते लावे, असीं कहने जे लाया बाकी से लाए ते भी लावे। हाँ, ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਦੀ ਸਰਕਾਰ ਨੇ ਬੀਜੇਪੀ ਦੇ ਨਾਲ ਹੱਥ ਮਿਲਾਇਆ ਸੀਗਾ, ਹੁਣ ਉਹਦਾ ਅਸਰ ਕੁਝ ਦਿਖਿਆ? ਜਿਹੜੀ ਬੀਜੇਪੀ ਦੀ ਹਾਰ ਹੋਈ, ਨਿਤੀਸ਼ ਦਾ ਕਿੰਨਾ ਫਰਕ ਪਿਆ? ਨਹੀਂ ਫਰਕ ਕਾਫੀ ਪੈ ਗਿਆ। ਫਰਕ ਤਾਂ ਪੈਣਾ ਹੀ ਪੈਣਾ ਇਹਨਾਂ। ਇਹ ਤਾਂ ਉਹ ਤਾਂ ਘਰ ਦੇ ਵਿੱਚ ਵੀ ਤੁਸੀਂ ਦੇਖ ਲਓ, ਜੇ ਸਾਰੀ ਫੈਮਿਲੀ ਇੱਕ ਬੰਨੇ ਆ ਤੇ ਇੱਕ ਬੰਦਾ ਇਕੱਲਾ ਕੀ ਕਰ ਲੂਗਾ? ਤੁਸੀਂ ਇਹ ਵੀ ਚੀਜ਼ ਦੇਖੋ ਨਾ, ਜੇ ਸਾਰੀ ਫੈਮਿਲੀ ਇੱਕ ਆਪਾਂ ਇਕੱਠੇ ਆ,
ਵੀ ਇੱਕ ਬੰਦਾ ਸਾਡੇ ਓਵਰ ਚੱਲਦਾ ਪਿਆ, ਉਹ ਕੀ ਕਰ ਲੂਗਾ ਸਾਨੂੰ? ਉਹ ਆਪਣੀ ਸਕੋਰ ਸ਼ਬਦ ਦਿਖਾਈਏ ਵੀ ਮੈਂ ਬਹੁਤ ਤੜਾ ਪੜ੍ਹਿਆ ਲਿਖਿਆ ਜਾਂ ਕੀ ਕਰ ਰਿਹਾ ਮੈਂ। ਇਹ ਤਾਂ ਆਪਣੇ ਜਿਹੜਾ ਹੈ ਨਾ ਓਵਰ ਕੌਨਫੀਡੈਂਸ, ਉਹਦੇ ਵਿੱਚ ਮਾਰ ਪਈ ਜਾਣਾ, ਅੱਗੋਂ ਵੀ ਪਏਗੀ। ਥੈਂਕ ਯੂ ਸੋ ਮਚ। ਥੈਂਕ ਯੂ। ਇਲੈਕਸ਼ਨ ਦਾ ਕੋਈ ਅਸਰ ਨਹੀਂ ਹੁੰਦਾ, ਜਿਹੜੀ ਅੱਗੋਂ ਪਾਲਿਸੀਜ਼ ਗਵਰਨਮੈਂਟ ਕਰੇਗੀ, ਜਿੱਦਾਂ ਦਿੱਲੀ ਦੇ ਅੰਦਰ ਸੀਲਿੰਗ ਦਾ ਪੰਗਾ ਪਿਆ ਹੋਇਆ, ਠੀਕ ਹੈ ਨਾ, ਹਰ ਜਗ੍ਹਾ ਤੇ ਇੱਕੋ ਹੀ ਦਬਾਅ ਦਾ ਕਾਨੂੰਨ ਜਿਹੜਾ ਸਰਕਾਰ ਬਣਾ ਰਹੀ, ਉਹਦਾ ਅਸਰ ਹੋਏਗਾ ਇਲੈਕਸ਼ਨ 'ਤੇ। ਲੋਕਾਂ ਨੂੰ ਕੰਫਰਟ ਦਿਓ ਥੋੜ੍ਹੀ ਨਹੀਂ, ਲੋਕਾਂ ਨੂੰ ਪਹਿਲਾਂ ਡਿਨੋਮੀਨੇਸ਼ਨ ਕਰਤੀ, ਫਿਰ ਉਸ ਤੋਂ ਬਾਅਦ ਹੁਣ ਸੀਲਿੰਗ ਆ ਗਈ ਵਿੱਚ ਤੁਹਾਡੇ ਆ ਕਈ ਨਾ ਕੰਮ ਜਿਹੜੇ ਆਰਾਮ ਨਾਲ ਕਰਨੇ ਚਾਹੀਦੇ ਸੀ, ਉਹ ਮੋਦੀ ਸਰਕਾਰ ਨੇ ਅੱਛੇ ਹੀ ਬੜੇ ਕਰ ਰਹੀ, ਲੇਕਿਨ ਜਿਹੜੇ ਉਹਨੇ ਇੱਕਦਮ ਸਾਰੇ ਦਬਾਅ ਵਾਲੇ ਪਬਲਿਕ ਨੂੰ GST ਦਾ ਇੱਕਦਮ ਲਾਣਾ, ਫਿਰ ਉਹਨੂੰ ਘਟਾਉਣਾ, ਸੋ ਆਹ ਗੱਲਾਂ ਨੂੰ ਲੋਕਾਂ ਨੂੰ ਕੰਫਰਟ ਜਦੋਂ ਤੱਕ ਨਹੀਂ ਹੁੰਦੀ, ਉਦੋਂ ਤੱਕ ਇਲੈਕਸ਼ਨਾਂ ਦਾ ਯੂਪੀ ਨਾਲ ਕੋਈ ਕੰਸਰਨ ਨਹੀਂ ਹੈਗਾ। ਹੋ ਸਕਦਾ ਉਹਨਾਂ ਦੀ ਕੋਈ ਪਾਲਿਸੀ ਹੋਵੇ, ਲੋਕਾਂ ਨੇ ਸਾਨੂੰ ਵੋਟ ਪਾ ਹੀ ਦੇਣੀ ਹੈ, ਠੀਕ ਹੈ ਨਾ। ਹੋ ਸਕਦਾ ਯੋਗੀ ਕਹਿੰਦਾ ਹੋਵੇ ਮੈਂ ਤਾਂ ਮੁਸਲਮਾਨ ਦੌੜਾਤੇ ਜਾਂ ਮੈਂ ਕੁਝ ਕਰਤਾ, ਮੈਂ ਸਲੌਟਰਿੰਗ ਬੰਦ ਕਰਾਤੀ, ਹਿੰਦੂ ਕੁਛ ਕਰਤੇ, ਉਹਦਾ ਇਹਦੇ ਨਾਲ ਕੋਈ ਇਲੈਕਸ਼ਨਾਂ ਨਾਲ ਲਿੰਕ ਨਹੀਂ। ਲੋਕਾਂ ਨੂੰ ਆਪਣੀ ਕੰਫਰਟ ਕੀ ਹੈ, ਲੋਕਾਂ ਨੂੰ ਤੁਸੀਂ ਕੀ ਸਹੂਲਤਾਂ ਦੇ ਰਹੇ ਹੋ, ਉਹਦਾ ਇਲੈਕਸ਼ਨ 'ਤੇ ਅਸਰ ਪਏਗਾ। ਥੈਂਕ ਯੂ। ਪਰ ਜਿਹੜਾ ਬੀਜੇਪੀ ਦੀ ਇਹ ਹਾਰ ਹੋਈ ਆ, ਤੁਹਾਨੂੰ ਕੀ ਲੱਗਦਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਬੀਜੇਪੀ? ਨਹੀਂ, ਇਹ ਉਹਨਾਂ ਦਾ ਯੂਪੀ ਦਾ ਆਪਣੀ ਪਾਲਿਸੀ, ਅਗਰ ਮੈਂ ਹੋਵਾਂਗਾ ਤੇ ਮੈਂ ਆਪਣੇ ਹਿਸਾਬ ਨਾਲ ਵੋਟ ਪਾਵਾਂਗਾ ਜੀ। ਆਧਾਰ ਕਿੰਨਾ ਹੁਣ ਉੱਥੇ? ਸਾਨੂੰ ਉਹਦਾ ਉੱਥੋਂ ਦਾ ਕਲਚਰ ਹੀ ਨਹੀਂ ਪਤਾ ਭਾਜੀ, ਅਸੀਂ ਕਿਸ ਤਰ੍ਹਾਂ ਕਹਿ ਦਈਏ, ਅਸੀਂ ਉਹਦੇ ਕਲਚਰ ਨਹੀਂ ਜਾਣਦੇ। ਅਸੀਂ ਪੰਜਾਬ ਤੋਂ ਬਾਹਰ ਸਾਲੋਂ ਸਾਲ ਨਹੀਂ ਜਾਈਦਾ। ਹੁਣ ਸਾਨੂੰ ਉੱਥੇ ਬਿਹਾਰ ਵਿੱਚ ਹੋ ਸਕਦਾ ਸ਼ਰਾਬਬੰਦੀ, ਦੇਖੋ ਅਸਰ ਤਾਂ ਅਲੱਗ-ਅਲੱਗ ਚੀਜ਼ਾਂ ਦਾ ਪੈਂਦਾ ਨਾ, ਠੀਕ ਹੈ ਨਾ। ਗੌਰਮੈਂਟ ਜੇ ਸ਼ਰਾਬਬੰਦੀ ਕੀਤੀ ਤਾਂ ਉਹਨਾਂ ਨੇ ਜਿਹੜਾ ਰੈਵਨਿਊ ਹੈਗਾ ਕਿੱਥੋਂ ਲਿਆਣਾ, ਉਹ ਉਹਨਾਂ ਦੀ ਪਾਲਿਸੀ ਹੈ, ਠੀਕ ਹੈ ਨਾ। बिहार यूपी कोई भी होवे, हाँ जी, बाय इलेक्शन और सेंटर ਦੇ ਇਲੈਕਸ਼ਨ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਜਿਹੜੀਆਂ ਸੈਂਟਰ ਦੀਆਂ ਇਲੈਕਸ਼ਨ ਵੀ ਚਲੋ MP ਦੀਆਂ ਹੋਈਆਂ ਸੀ, ਇਹਦੇ ਜਿਹੜੀਆਂ ਇਲੈਕਸ਼ਨ ਸੀਗੀਆਂ, ਮੈਂ ਕਹਿੰਦਾ ਇੱਕ ਦੋ ਇਲੈਕਸ਼ਨਾਂ ਦਾ ਕੋਈ ਫਰਕ ਨਹੀਂ ਪੈਂਦਾ। ਜਿਹਦੇ ਸੈਂਟਰ ਦੇ ਵਿੱਚ ਗਵਰਨਮੈਂਟ ਕੌਣ ਬਣਾਏਗਾ, ਕਿਹੜੀ ਪਾਰਟੀ ਦੀ ਗਵਰਨਮੈਂਟ ਆਏਗੀ, ਇਹ ਕਾਊਂਟ ਕਰਦਾ ਹੈਗਾ। ਇਹਦੇ ਮੁਕਾਬਲੇ ਕੌਣ ਹੈ ਮੈਨੂੰ ਦੱਸੋ? ਪੱਪੂ ਕੌਣ ਹੈ ਦੱਸੋ ਮੈਨੂੰ? ਸਾਹਮਣੇ ਕੋਈ ਕਿਹੜੀ ਪਾਰਟੀ ਹੈਗੀ? ਹੁਣ ਇਕੱਠੇ ਹੁੰਦੇ ਪਏ ਨੇ, ਇੰਦਰਾ ਗਾਂਧੀ ਨੇ, ਸੋਨੀਆ ਗਾਂਧੀ ਨੇ ਦਿੱਤੇ 20 ਪਾਰਟੀਆਂ ਨੂੰ। ਉਹ ਕਹਿੰਦਾ ਆਗੂ ਕੌਣ ਹੈ? ਆਗੂ ਤੇ ਕੋਈ ਨਹੀਂ ਉਹਨਾਂ 'ਚ, ਕੋਈ ਕੌਣ ਬਣੇਗਾ ਆਗੂ ਇਹ ਦੱਸੋ ਮੈਨੂੰ? ਕਿਸ ਪਾਰਟੀ ਦੇ ਲੀਡਰ ਨੂੰ ਅੱਗੇ ਲਿਆਣਗੇ? ਪਰ ਜਿਹੜਾ ਮਹਾਗਠਬੰਧਨ ਹੋਇਆ ਸੀਗਾ ਬਿਹਾਰ ਦੇ ਵਿੱਚ, ਜਾਂ ਫਿਰ ਇੱਥੇ ਭੂਆ ਤੇ ਭਤੀਜਾ ਦੋਵੇਂ ਰਲ ਗਏ ਯਾਰ, ਦੋ ਇਲੈਕਸ਼ਨ 'ਚ ਕਿਹੜੀ ਕਹਾਣੀ ਹੈ ਇਹ? ਕਿਸੇ ਸੈਂਟਰ ਦੇ ਇਲੈਕਸ਼ਨ, ਕਿਸੇ ਦੋ ਇਲੈਕਸ਼ਨ। ਬਾਈ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਭੂਆ, ਉਹਨੇ ਕਹਿਤਾ ਹੁਣੇ ਵੀ ਮੇਰਾ ਆਇੰਦਾ ਮੇਰਾ ਭੂਆ ਨਾਲ ਕੋਈ ਸੰਬੰਧ ਹੋਏਗਾ ਕਿ ਨਹੀਂ ਹੋਏਗਾ, ਮੇਰੀ ਕੋਈ ਗਰੰਟੀ ਨਹੀਂ। ਕਾਂਗਰਸ ਨਾਲ ਮੈਂ ਮਿਲ ਕੇ ਚੱਲਾਂਗਾ, ਇਹ ਵੀ ਨਾਲ ਕਹਿਤਾ ਉਹਨੇ, ਅਖਿਲੇਸ਼ ਨੇ। ਫਿਰ ਕੀ ਗੱਲ ਹੋਈ ਹੈ? ਇਹ ਬਾਈ ਇਲੈਕਸ਼ਨ ਨੇ, ਬਾਈ ਇਲੈਕਸ਼ਨ ਦਾ ਸੈਂਟਰਲ ਦੇ ਇਲੈਕਸ਼ਨ ਨਾਲ ਕੋਈ ਸੰਬੰਧ ਨਹੀਂ। ਜਿਸ ਵੇਲੇ ਸੈਂਟਰਲ ਗਵਰਨਮੈਂਟ ਦੇ ਇਲੈਕਸ਼ਨ ਆਉਣਗੇ 19 ਦੇ, ਉਸ ਵੇਲੇ ਪਤਾ ਲੱਗੇਗਾ ਵੀ ਕੌਣ ਕਿਹਦੇ ਨਾਲ ਹੈ। ਤੁਹਾਡੇ ਹਿਸਾਬ ਦੇ ਨਾਲ ਜਿਹੜੇ ਇਲੈਕਸ਼ਨ ਆਉਣ ਵਾਲੇ ਨੇ 2019 ਦੇ ਵਿੱਚ, ਕਿਹੜੀ ਪਾਰਟੀ? ਹਾਲੇ ਇਹ ਦੇਖੋ ਪਹਿਲਾਂ ਇਹਦੇ ਮੁਕਾਬਲੇ ਆਏਗਾ ਕੌਣ। ਆਪੋਜੀਸ਼ਨ ਵਾਲੇ ਜਿਹੜਾ ਫਰੰਟ ਬਣਦੇ ਪਏ ਨੇ, ਬੀਜੇਪੀ ਦੇ ਮੁਕਾਬਲੇ ਕਿਹਨੂੰ ਲਿਆਣਗੇ? ਇਹ ਗੱਲ ਕਾਊਂਟ ਕਰਦੀ ਹੈ ਪਹਿਲਾਂ ਤੇ। ਕਿਹੜਾ ਬੰਦਾ ਆਏਗਾ, ਲੋਕੀ ਉਹਨੂੰ ਪਸੰਦ ਕਰਨਗੇ ਕਿ ਨਹੀਂ ਕਰਨਗੇ? ਚਾਹੇ ਮਾਇਆ ਨੂੰ ਅੱਗੇ ਲਾਣਗੇ ਜਾਂ ਪੱਪੂ ਨੂੰ ਅੱਗੇ ਲਿਆਣਗੇ। ਮਾਇਆ ਸਟੇਟ ਲੈਵਲ ਯੂਪੀ ਦੀ ਹੈ, ਪੱਪੂ ਹੈ ਹੀ ਨਹੀਂ ਕਿਸੇ ਪਾਸੇ ਦਾ। ਸਮਝੀ ਗੱਲ ਤੁਸੀਂ? ਕਿਹੜਾ ਲੀਡਰ ਹੈ ਜਿਹੜਾ ਸੈਂਟਰ ਦੇ ਵਿੱਚ ਖੜਾ ਹੋਏਗਾ, ਇਹ ਦੱਸੋ ਮੈਨੂੰ ਪਹਿਲਾਂ ਤੇ। ਲੋਕੀ ਦੇਖਣਗੇ ਸੈਂਟਰ ਸਰਕਾਰ ਕੌਣ ਬਣਾਏਗਾ। ਪਰ ਜਿਹੜੀਆਂ ਇਹ ਵਾਲੀਆਂ ਇਲੈਕਸ਼ਨ ਹੋਈਆਂ ਨੇ, ਇਹਦੇ ਵਿੱਚ ਤਾਂ ਨਾ ਛੱਡੋ ਇਹਨਾਂ ਨੂੰ, ਬਾਇਲੈਂਸ ਹੁੰਦੇ ਰਹਿੰਦੇ ਨੇ, ਕੋਈ ਲੰਬੀ ਚੌੜੀ ਕਰਨੀ। ਅਗਰ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰਨ ਦੇ ਉਹਨਾਂ ਇਲੈਕਸ਼ਨਾਂ ਦੀ ਗੱਲ ਕਰਨ ਦੇ ਆ, ਪਰ ਉਹਦਾ ਜ਼ਿੰਮੇਵਾਰ ਕੀ ਸਮਝਦੇ ਹੋ? ਹਾਰ ਕਿਉਂ ਹੋਈ ਆ? ਕੀ ਰੀਜ਼ਨ ਕੀ ਹੈ? ਰੀਜ਼ਨ ਤੇ ਦੋ ਹਨ, ਮੈਂ ਦੱਸਾਂ ਤੁਹਾਨੂੰ। ਇੱਕ ਤੇ ਇੱਥੇ ਬੈਕਵਰਡ ਕਲਾਸ ਤੇ ਸ਼ਡਿਊਲ ਕਾਸਟ ਤੇ ਛੋਟੀ ਕਲਾਸਾਂ ਇਹ ਇਕੱਠੀਆਂ ਹੋ ਗਈਆਂ, ਤੇ ਜੋਗੀ ਨੂੰ ਇਹ ਭਰਮ ਰਿਹਾ ਕਿ ਮੇਰਾ ਬਹੁਤ ਹੈ, ਮੇਰਾ ਬਹੁਤ ਹੈ, ਮੈਂ ਜਿੱਤਾਂਗਾ। ਉਹਨੇ ਕੋਸ਼ਿਸ਼ ਨਹੀਂ ਕੀਤੀ, ਹਾਰ ਗਿਆ। ਇਹ ਹਾਲ ਨਤੀਜਾ ਦਾ ਹੋਇਆ ਵੀ ਲਾਲੂ ਨੂੰ ਜੇਲ੍ਹ ਪਿਆ, ਕੌਣ ਵੋਟ ਦੇਗਾ ਉਹਨੂੰ? ਕੋਸ਼ਿਸ਼ ਹੀ ਨਹੀਂ ਕੀਤੀ। ਉਹਦਾ ਕੋਈ ਅਸਰ ਤੇ ਨਹੀਂਗਾ ਕਿ ਨਿਤੀਸ਼ ਨੇ ਜਿਹੜਾ ਵਾ ਉਹ ਬੀਜੇਪੀ ਦੇ ਨਾਲ ਹੱਥ ਮਿਲਾ ਲਿਆ, ਉਹਦਾ ਤੇ ਕੋਈ ਅਸਰ ਨਹੀਂ? ਉਹਦਾ ਫਾਇਦਾ ਹੈ ਉਹਨਾਂ ਨੂੰ, ਬਲਕਿ ਨੁਕਸਾਨ ਨਹੀਂ ਹੈਗਾ। ਉਹਦੇ ਉੱਪਰ ਜੇ ਤਾਂ ਹੁਣ ਇਹ ਕੋਈ ਗਰੀਬਾਂ ਵਾਸਤੇ ਜਾਂ ਕੋਈ ਕੰਮ ਚੰਗਾ ਕਰੂਗੇ ਬੀਜੇਪੀ ਵਾਲੇ, ਫਿਰ ਤਾਂ ਗਾਂ ਲੋਕ ਇਹਨਾਂ ਨੂੰ ਵੋਟਾਂ ਪਾਊਗੇ, ਨਹੀਂ ਤਾਂ ਫਿਰ ਕਿਸੇ ਨੇ ਨਹੀਂ ਪਾਉਣੀਆਂ। ਇਹ ਗੱਲ ਹੈ। ਪਰ ਇਹ ਜ਼ਿੰਮੇਵਾਰ ਕੀ ਸਮਝਦੇ, ਕਿਹਨੂੰ ਸਮਝਦੇ ਹੋ? ਕਿਉਂਕਿ ਬੀਜੇਪੀ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ, ਕੌਣ ਜ਼ਿੰਮੇਵਾਰ ਲੱਗਦਾ? ਜ਼ਿੰਮੇਵਾਰ ਤਾਂ ਵੀ ਇਹਨਾਂ ਦੇ ਜਿਹੜੇ ਉਹ ਜਿੱਦਾਂ ਯੂਪੀ ਆ, ਬਿਹਾਰ ਦੇ ਵਿੱਚ ਇਹਨਾਂ ਦੀ ਗਵਰਨਮੈਂਟ ਹੈ, ਜਿਹੜੇ ਇਹਨਾਂ ਦੇ ਮੰਤਰੀ ਆ,
ਉਹ ਨਹੀਂ ਕੰਮ ਕਰਦੇ, ਲੋਕ ਫੇ ਖੁਸ਼ ਨਹੀਂ ਉਹਨਾਂ ਤੋਂ, ਇਸ ਕਰਕੇ ਉਹਨਾਂ ਨੇ ਦੂਜਿਆਂ ਨੂੰ ਵੋਟ ਪਾਈ ਆ। GST ਤੇ ਨੋਟਬੰਦੀ ਦਾ ਕਿੰਨਾ ਕੁ ਅਹਿਮ ਰੋਲ ਰਿਹਾ? GST ਤੇ ਨੋਟਬੰਦੀ ਦਾ ਵੀ ਥੋੜਾ ਫਰਕ ਤਾਂ ਪਿਆ ਹੈ ਜੀ, ਗਰੀਬ ਬੰਦੇ ਤੇ ਅਮੀਰਾਂ ਤੇ ਤਾਂ ਕੋਈ ਫਰਕ ਨਹੀਂ, ਤੇ ਗਰੀਬ ਤੇ ਦਾ ਫਰਕ ਪਿਆ। ਕਈਆਂ ਦੇ ਕਾਰੋਬਾਰ ਫੇਲ ਹੋ ਗਏ ਨੋਟਬੰਦੀ ਦੇ ਨਾਲ। ਜਿਹੜਾ ਗਰੀਬ ਬਿਜ਼ਨਸਮੈਨ ਸੀਗਾ ਉਹ ਫੇਲ ਹੋ ਗਿਆ ਉਹਦਾ ਕੰਮ। 2019 ਦੇ ਵਿੱਚ ਤੁਸੀਂ ਕਿਹਦੀ ਸਰਕਾਰ ਲਗਭਗ ਦੇ? 2019 ਦੇ ਵਿੱਚ ਵੀ ਇਹ BJP ਨੂੰ ਬਹੁਮਤ ਦੂਸਰੀਆਂ ਪਾਰਟੀਆਂ ਨਾਲ ਮਿਲ ਕੇ ਭਾਵੇਂ ਇਹ ਗਵਰਨਮੈਂਟ ਬਣਾ ਲੈ, ਪਹਿਲਾਂ ਦੀ ਤਰ੍ਹਾਂ ਇਹਨੂੰ ਬਹੁਮਤ ਨਹੀਂ ਮਿਲਣਾ। ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੁਸੀਂ, ਕੌਣ ਜ਼ਿੰਮੇਵਾਰ ਨੇ ਜਿਹੜੀਆਂ ਹਾਰਾਂ ਨੇ BJP ਨੂੰ ਜਿਹੜੀ ਹਾਰ ਮਿਲੀ? ਇਹ ਜਿਹੜੇ ਉਹਨਾਂ ਦੇ ਏਜੰਡੇ ਨੇ, ਮਹਿੰਗਾਈ ਹੋਰ ਕੌਣ ਏਜੰਡੇ, ਉਹਨਾਂ ਦੇ ਏਜੰਡੇ ਜਿਹਦੇ ਵਿੱਚ GST ਤੇ ਜਿਹੜੀ ਨੋਟਬੰਦੀ ਦਾ ਏਜੰਡਾ ਸੀਗਾ, ਉਹ ਕਿੰਨਾ ਕੁ ਜ਼ਿਆਦਾ ਉਹਨੇ ਰੋਲ ਪਲੇ ਕੀਤਾ ਇਸ ਹਾਰ ਦਾ? ਜ਼ਿਆਦਾ ਰੋਲ ਪਲੇ ਕੀਤਾ। ਕਿੰਨਾ ਅਸਰ ਪਿਆ ਇਹਦਾ BJP ਦੇ ਉੱਤੇ? ਬਹੁਤ ਜ਼ਿਆਦਾ ਪਿਆ। ਤੁਸੀਂ ਕਿ ਜਿਹੜਾ ਨਿਤੀਸ਼ ਕੁਮਾਰ ਦੀ ਹਾਰ ਹੋਈ ਉੱਥੇ, ਠੀਕ ਹੈ, ਬਿਹਾਰ ਦੇ ਵਿੱਚ, ਉਹ ਤੁਸੀਂ ਕੀ ਦੇਖਦੇ ਹੋ ਜਿਹੜਾ ਉਹਨਾਂ ਨੇ BJP ਦੇ ਨਾਲ ਹੱਥ ਮਿਲਾ ਲਿਆ ਸੀ, ਕਿ ਉਹਦਾ ਅਸਰ? ਉਹਦਾ ਅਸਰ ਵੀ ਹੈਗਾ, ਕਿਉਂਕਿ ਲੋਕੀ ਉਹਦੀਆਂ ਪਾਲਿਸੀਆਂ ਨਾਲ, ਸੈਂਟਰ ਦੀਆਂ ਨਾਲ ਸਹਿਮਤ ਨਹੀਂ ਹੈਗੇ BJP ਦੇ ਨਾਲ, ਕਿਉਂਕਿ ਕਰਦੇ ਕੁਛ ਨੇ, ਕਰਦੇ ਕੁਛ ਨੇ। ਉਹ ਨਿਤੀਸ਼ ਕੁਮਾਰ ਦੇ ਅਕਸ ਤੇ ਕਿੰਨਾ ਕੁ ਅਸਰ ਪਿਆ ਇਹਦੇ ਨਾਲ? ਬਹੁਤ ਅਸਰ ਪਊਗਾ, ਅਗਲੇ ਇਲੈਕਸ਼ਨ 'ਚ ਬਹੁਤ ਪਊਗਾ। BJP ਨੂੰ ਹਾਰ ਦਾ ਸਾਹਮਣਾ ਤਾਂ ਕਰਨਾ ਪਿਆ, ਇਹਨੇ ਸਰਕਾਰ ਨੇ ਪਬਲਿਕ ਵਾਸਤੇ ਕੁਝ ਕੀਤਾ ਨਹੀਂ। ਜੋ ਉਹਨਾਂ ਨੇ ਕਿਹਾ ਸੀ, ਜੋ ਸੋਚ ਉਹ ਕਰਾਂਗੇ ਉਹ ਕਰਾਂਗੇ, ਇੱਕ ਨਵਾਂ GST ਲਾ ਕੇ ਉੱਤੇ ਬਹੁਤ ਇਹਨਾਂ ਨੂੰ ਪ੍ਰੈਸ਼ਰ ਪੈ ਗਿਆ। ਉਹਦੇ ਨਾਲ 2019 ਦੀਆਂ ਜਿਹੜੀਆਂ ਇਲੈਕਸ਼ਨ ਆਉਣ ਵਾਲੀਆਂ ਨੇ, ਉਹਦੇ ਉੱਤੇ ਕਿੰਨਾ ਕੁ ਅਸਰ ਪਵੇਗਾ? ਇੱਥੇ ਪੂਰਾ ਜ਼ੋਰ ਆ 50-50 ਜਿੰਨੀਆਂ ਵੀ ਪਾਰਟੀਆਂ ਹੈਗੀਆਂ, ਇਹ ਫਿਰ ਖਿਚੜੀ ਬਣਨੀ ਹੈ ਜੀ। ਇਹ BJP ਦੁਬਾਰਾ ਆਉਣ ਦੇ ਚਾਂਸਸ ਬਹੁਤ ਘੱਟ ਆ। ਹੁਣ ਜਿਹੜਾ ਇੱਕ ਨਿਤੀਸ਼ ਕੁਮਾਰ ਦਾ ਪਹਿਲਾ ਅਕਸ਼ ਸੀਗਾ, ਉਹਦੇ ਉੱਤੇ ਕਿੰਨਾ ਫਰਕ ਪਿਆ ਜਿਹੜਾ ਆ ਹਾਰ ਹੋਈ ਆ ਬਿਹਾਰ ਦੇ ਵਿੱਚ, BJP ਨੂੰ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਿਆ? ਨਿਤੀਸ਼ ਕੁਮਾਰ ਦੇ ਅਸ਼ਕ ਤੇ ਕਿੰਨਾ ਕੁ ਅਸਰ ਪਿਆ? ਨਿਤੀਸ਼ ਕੁਮਾਰ ਤੇ ਕੋਈ ਏਡਾ ਖਾਸ ਅਸਰ ਨਹੀਂ ਪਿਆ। ਨਿਤੀਸ਼ ਕੁਮਾਰ ਇਜ਼ ਨਾਈਸ, ਵਧੀਆ। ਜੋ ਬਿਹਾਰ ਦੀ ਹਾਲਤ ਵਿਗਾੜ ਗਿਆ, ਲਾਲੂ ਵਿਗਾੜ ਗਿਆ, ਉਹ ਹਾਲੇ ਤੱਕ ਸੁਧਰੀ ਨਹੀਂ। ਲਾਲੂ ਤੇ ਫਿਰ ਜਿੱਤ ਗਿਆ। ਲਾਲੂ ਬਾਈਪੋਲ ਇਲੈਕਸ਼ਨ, ਲਾਲੂ ਤੇ ਫਿਰ ਜਿੱਤ ਗਿਆ ਦੋਵੇਂ ਸੀਟਾਂ। ਜਿੱਤੇ ਨੂੰ ਕਰਨਾ ਬੈਠਾ ਜੇਲ੍ਹ 'ਚ ਹੀ ਆ। ਇਹ ਵੀ ਸੋਚੋ ਜਿੱਤੇ ਨੂੰ ਕੀ ਕਰਨਾ ਸੀ, ਲੋਕੀ ਉੱਤੇ ਮਾਨਤਾ ਕਰਨਗੇ, ਨਹੀਂ ਕਰਨਗੇ। ਕਿਹੜੇ ਪਾਸੇ ਦੀ ਦੂਸਰਾ ਜਿਹੜਾ ਨਾ ਇਲੈਕਸ਼ਨ ਹੋਣੇ ਆ, ਉਹਦੇ ਹਿਸਾਬ ਨਾਲ ਹੀ ਹੈ ਨਾ। ਪੰਜਾਬ ਵਿੱਚ ਤਾਂ ਜਿਹੜੇ ਨਾ ਸਾਡੇ ਹਿਸਾਬ ਨਾਲ ਜਿਹੜਾ ਨਾ ਕਾਂਗਰਸ ਕਾਮਯਾਬ ਨਹੀਂ ਹੋਈ ਪੰਜਾਬ ਵਿੱਚ ਤਾਂ, ਤੇ ਕਿਉਂਕਿ ਇਹਨੇ ਨਾ ਤੇ ਜਿਹੜਾ ਮੀਡੀਅਮ ਤਬਕਾ ਇਹਨੂੰ ਕੁਛ ਦਿੱਤਾ, ਨਾ ਵਪਾਰੀਆਂ ਦੇ ਕੋਈ ਪੱਲੇ ਕੁਛ ਪਿਆ, ਤੇ ਨਾ ਹੀ ਉਹ ਜਿਹੜਾ ਨਾ ਇਹ ਮੁਲਾਜ਼ਮਾਂ ਨੂੰ ਕੁਛ ਖੁਸ਼ ਕੀਤਾ। ਕਿਉਂਕਿ ਬਾਤ ਸੀਗੀ ਕਿ ਵੀ ਜਿਹੜੇ ਨਾ ਕੁਛ ਦੇਣਗੇ, ਜਿਹੜੇ DA ਰੁਕੇ ਹੋਏ ਹੈ ਜਾਂ ਕੋਈ ਹੋਰ ਵੀ ਹੈ, ਉਹਨਾਂ ਕੋਈ ਫੈਸਿਲਿਟੀ ਨਹੀਂ ਦਿੱਤੀ। ਇਹਨਾਂ ਨੇ ਸਿਰਫ ਆਪਣੇ ਖਾਣ ਪੀਣ ਦਾ ਹੀ ਮਸੌਦਾ ਬਣਾਇਆ। ਬਾਕੀ ਆਪਾਂ ਹੁਣ ਕਹਿ ਨਹੀਂ ਸਕਦੇ, ਕਿਉਂਕਿ ਜੇਕਰ ਉਧਰ UP ਤਾਂ ਦੂਸਰਾ ਜਿਹੜਾ ਨਾ BJP ਬਣ ਗਈ ਹੈ। UP ਦੇ ਵਿੱਚ ਤੇ ਬਿਹਾਰ ਦੇ ਵਿੱਚ ਜਿਹੜੇ ਬਾਈਪੋਲ ਇਲੈਕਸ਼ਨ ਹੋਏ ਨੇ, ਸੀਟਾਂ ਜਿਹੜੀਆਂ ਖਾਲੀ ਹੋਈਆਂ ਸੀ ਉਹਨਾਂ ਦੇ ਉੱਤੇ ਜਿਹੜੇ ਇਲੈਕਸ਼ਨ ਹੋਏ ਨੇ, ਮੁੱਖ ਮੰਤਰੀ ਤੋਂ ਉਪ ਮੁੱਖ ਮੰਤਰੀ ਦੀ ਸੀਟ ਤੇ, ਉਹ ਦੋਵੇਂ BJP ਦੇ ਹੱਥੋਂ ਖੁੱਸ ਗਈਆਂ ਨੇ ਸੀਟਾਂ। ਉਹਦਾ ਅਸਰ ਕਿੰਨਾ ਪਵੇਗਾ ਆਉਣ ਵਾਲੇ ਇਲੈਕਸ਼ਨ ਜੇਕਰ ਤੇ ਦੇਖੋ ਜੀ ਉੱਥੇ ਦੇ ਮਤਲਬ ਦੂਸਰੇ ਪ੍ਰਾਂਤਾਂ 'ਚ ਜੇਕਰ ਤੇ BJP ਕੁਛ ਕੰਮ ਕਰਦੀ ਹੈ ਤੇ ਫਿਰ ਤਾਂ ਉਹਨਾਂ ਦਾ ਅਸਰ ਜਿਹੜਾ ਨੂੰ ਉਹਨਾਂ ਦੇ ਹੱਕ 'ਚ ਜਾਵੇਗਾ। ਜੇਕਰ ਨਹੀਂ ਉਹ ਕਰਦੀ, ਲੋਕਾਂ ਬਾਰੇ ਨਹੀਂ ਸੋਚਦੀ, ਤੇ ਫਿਰ ਕਾਹਦਾ ਇਲੈਕਸ਼ਨ ਵਿੱਚ ਦੂਸਰਾ ਫਰਕ, ਫਿਰ ਤਾਂ ਫਰਕ ਪੈਣਾ ਹੀ ਪੈਣਾ। GST ਤੇ ਨੋਟਬੰਦੀ ਦਾ ਕਿੰਨਾ ਕੁ ਅਸਰ ਪਿਆ ਵਾ? ਉਹਦੇ ਵਿੱਚ ਕਾਰੋਬਾਰ ਬਹੁਤ ਮੰਦਾ ਹੋਇਆ, ਕਿਉਂਕਿ GST ਜੇਕਰ ਤੇ ਇੱਕ ਇਸ ਢੰਗ ਨਾਲ ਲਾਈ ਜਾਂਦੀ ਕਿ ਵੀ ਅਸੀਂ ਜਿਹੜਾ ਨਾ ਉਹ ਆਪਾਂ ਕਹਿ ਲਈਏ ਕਿ ਵੀ ਸ਼ੁਰੂ ਤੋਂ ਹੀ ਇੱਕ ਸਾਰ ਚੱਲਦਾ, ਫਿਰ ਤੇ ਹੈ ਸੀਗਾ। ਹੁਣ ਕਿਤੇ ਤਾਂ 18% ਹੈ, ਕਿਤੇ 12% ਹੈ, ਕਿਤੇ 7% ਹੈ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਬਣਦਾ। ਜਿਹੜੀ ਬਿਹਾਰ ਦੇ ਵਿੱਚ BJP ਨੂੰ ਹਾਰ ਮਿਲੀ ਹੈ, ਤੁਹਾਨੂੰ ਨਹੀਂ ਲੱਗਦਾ ਕਿ ਨਿਤੀਸ਼ ਕੁਮਾਰ ਨੇ ਆਪਦਾ ਅਕਸ਼ ਖਰਾਬ ਕਰ ਲਿਆ? ਅਸੀਂ ਗੱਲ ਹੈਗੀ ਨਾ, ਇੰਨਾ ਅਸੀਂ ਡੂੰਘਾਈ 'ਚ ਜਾਂਦੇ ਨਹੀਂ, ਤੇ ਨਾ ਸਾਡੇ ਕੋਲ ਟਾਈਮ ਹੀ ਹੁੰਦਾ। ਭਾਵੇਂ ਅਸੀਂ ਵਿਹਲੇ ਹੀ ਵੀ ਹੈਗੇ ਆ, ਫਿਰ ਵੀ ਅਸੀਂ ਜਿਹੜਾ ਨਾ ਇਹੀ ਸੋਚਦੇ ਹਾਂ ਕਿ ਵੀ ਉੱਥੇ ਦੇ ਉਹਨਾਂ ਦੀ ਪਤਾ ਨਹੀਂ ਕੀ ਪੋਜੀਸ਼ਨ ਹੈ, ਕੀ ਨਹੀਂ, ਅਸੀਂ ਕੀ ਕਹਿ ਸਕਦੇ ਹਾਂ।
ਬਾਕੀ ਇਹ ਕਿ ਯੂਪੀਏ 'ਚ ਜਿਹੜੇ ਨਾ ਅਜੇ ਵੀ ਬੀਜੇਪੀ ਦੀ ਬੋਲਬਾਲਾ ਹੈਗਾ। ਉੱਥੇ ਤਾਂ ਹੁਣ ਸਾਨੂੰ ਨਹੀਂ ਪਤਾ ਕਿ ਨਿਤੀਸ਼ ਕੁਮਾਰ ਦਾ ਕੀ ਹੈ, ਕਿਉਂਕਿ ਨਾ ਅਸੀਂ ਇੰਨੀ ਦੂਰ ਤੱਕ ਕਦੀ ਗਏ ਹਾਂ ਅਤੇ ਨਾ ਹੀ ਸਾਡੇ ਕੋਲ ਜਾਣ ਦਾ ਕੋਈ ਟਾਈਮ ਹੀ ਹੈ। ਦੋਸਤੋ ਇਹ ਸੀ ਸਾਡੀ ਇੱਕ ਛੋਟੀ ਜਿਹੀ ਪੇਸ਼ਕਸ਼ ਜਿਸ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਯੂਪੀ ਅਤੇ ਬਿਹਾਰ ਦੇ ਵਿੱਚ ਜਿਹੜੀਆਂ ਬਾਈਪੋਲ ਇਲੈਕਸ਼ਨਸ ਹੋਈਆਂ ਸੀ ਉਹਨਾਂ ਦੇ ਰਿਜ਼ਲਟ ਦੇ ਵਿੱਚ ਜਿਸ ਦੇ ਵਿੱਚ ਬੀਜੇਪੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਹਦੇ ਬਾਰੇ ਪੰਜਾਬ ਦੇ ਲੋਕਾਂ ਦੇ ਕੀ ਵਿਚਾਰ ਨੇ ਉਹ ਤੁਸੀਂ ਦੇਖੇ। ਹੁਣ ਮੈਂ ਗੁਰਵਿੰਦਰ ਸੰਧੂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਲੈਣਾ ਹੈ ਇਜਾਜ਼ਤ। ਮਿਲਦੇ ਹਾਂ ਅਗਲੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ।